ओम शांति। ਅੱਜ ਬਾਬਾ ਦੇ 20/10/2020 ਦੇ ਮਹਾਵਚਨ ਬਾਬਾ ਨੇ ਆਪਣੇ ਬੱਚਿਆਂ ਨੂੰ ਕਿਹਾ, ਮਿੱਠੇ ਬੱਚੇ, ਤੁਸੀਂ ਹੋ ਰੂਹਾਨੀ ਗੁਪਤ ਸੈਨਾ। ਤੁਸੀਂ ਸਾਰੀ ਦੁਨੀਆ ਨੂੰ ਬਚਾਉਂਦੇ ਹੋ, ਸੈਲਵੇਜ ਕਰਦੇ ਹੋ, ਪਾਰ ਲਗਾਉਂਦੇ ਹੋ। ਡੁੱਬੇ ਹੋਏ ਬੇੜੇ ਨੂੰ ਪਾਰ ਲਗਾਉਣਾ ਹੈ। ਫਿਰ ਬਾਬਾ ਨੇ ਪ੍ਰਸ਼ਨ ਪੁੱਛਿਆ, ਸੰਗਮ ਤੇ ਬਾਪ ਕਿਹੜੀ ਯੂਨੀਵਰਸਿਟੀ ਖੋਲ੍ਹਦੇ ਹਨ ਜੋ ਸਾਰੇ ਕਲਪ ਵਿੱਚ ਨਹੀਂ ਹੁੰਦੀ? ਉੱਤਰ ਵਿੱਚ ਬਾਬਾ ਨੇ ਕਿਹਾ, ਰਾਜਾਈ ਪ੍ਰਾਪਤ ਕਰਨ ਦੇ ਲਈ ਪੜ੍ਹਨ ਦੀ ਇਹ ਗॉड फादरली ਯੂਨੀਵਰਸਿਟੀ ਮਾਨਾ ਜੋ ਬਾਬਾ ਦੁਆਰਾ ਖੋਲੀ ਗਈ ਹੈ ਅਤੇ ਕਾਲਜ ਸੰਗਮ ਤੇ ਹੀ ਬਾਪ ਖੋਲ੍ਹਦੇ ਹਨ। ਇਹੋ ਜਿਹੀ ਯੂਨੀਵਰਸਿਟੀ ਸਾਰੇ ਕਲਪ ਵਿੱਚ ਨਹੀਂ ਹੁੰਦੀ। ਇਸ ਯੂਨੀਵਰਸਿਟੀ ਵਿੱਚ ਪੜ੍ਹਾਈ ਪੜ੍ਹ ਕੇ ਤੁਸੀਂ ਡਬਲ ਸਿਰਤਾਜ ਰਾਜਿਆਂ ਦਾ ਵੀ ਰਾਜਾ ਬਣਦੇ ਹੋ। ਓਮ ਸ਼ਾਂਤੀ। ਮਿੱਠੇ ਮਿੱਠੇ ਰੂਹਾਨੀ ਬੱਚਿਆਂ ਨਾਲ ਪਹਿਲਾਂ ਬਾਬਾ ਪੁੱਛਦੇ ਹਨ, ਇੱਥੇ ਆ ਕੇ ਜਦੋਂ ਬੈਠਦੇ ਹੋ ਤਾਂ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰਦੇ ਹੋ? ਪੁੱਛਿਆ ਬਾਬਾ ਨੇ। ਕਿਉਂਕਿ ਇੱਥੇ ਤੁਸੀਂ ਕੋਈ ਧੰਦਾ ਧੋਰੀ ਮਿੱਤਰ ਸੰਬੰਧੀ ਆਦਿ ਵੀ ਨਹੀਂ ਹਨ ਨਾ। ਇੱਥੇ ਤਾਂ ਤੁਹਾਡੀ ਕੋਈ ਧੰਦਾ ਧੋਰੀ ਜਾਂ ਮਿੱਤਰ ਸੰਬੰਧੀ ਆਦਿ ਵੀ ਨਹੀਂ ਹਨ। ਇਹ ਤੁਸੀਂ ਵਿਚਾਰ ਕਰਕੇ ਆਉਂਦੇ ਹੋ ਕਿ ਅਸੀਂ ਬੇਹੱਦ ਦੇ ਬਾਪ ਨੂੰ ਮਿਲਣ ਲਈ ਜਾ ਰਹੇ ਹਾਂ। ਕੌਣ ਕਹਿੰਦੇ ਹਨ? ਆਤਮਾ ਸਰੀਰ ਦੁਆਰਾ ਬੋਲਦੀ ਹੈ। ਪਰਲੌਕਿਕ ਬਾਪ ਨੇ ਇਹ ਸਰੀਰ ਉਧਾਰ ਤੇ ਲਿਆ ਹੈ। ਇਸ ਵਿੱਚ ਸਮਝਾਉਂਦੇ ਹਨ। ਇਹ ਇੱਕ ਹੀ ਵਾਰ ਹੁੰਦਾ ਹੈ ਜੋ ਬੇਹੱਦ ਦਾ ਬਾਪ ਆ ਕੇ ਸਮਝਾਉਂਦੇ ਹਨ। ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰਨ ਨਾਲ ਤੁਹਾਡਾ ਬੇੜਾ ਪਾਰ ਹੋ ਜਾਂਦਾ ਹੈ। ਹਰ ਇੱਕ ਦਾ ਬੇੜਾ ਡੁੱਬਿਆ ਹੋਇਆ ਹੈ। ਜੋ ਜਿੰਨਾ ਪੁਰਸ਼ਾਰਥ ਕਰਨਗੇ ਓਨਾ ਬੇੜਾ ਪਾਰ ਹੋ ਜਾਵੇਗਾ। ਗਾਉਂਦੇ ਵੀ ਹਨ ਨਾ, ਹੇ ਮਾਂਝੀ ਮਨਾ ਹੇ ਖਿਵਈਆ ਮੇਰੀ ਨੈया ਨੂੰ ਪਾਰ ਲਗਾਓ। ਅਸਲ ਵਿੱਚ ਹਰ ਇੱਕ ਨੂੰ ਆਪਣੇ ਪੁਰਸ਼ਾਰਥ ਨਾਲ ਹੀ ਪਾਰ ਜਾਣਾ ਹੈ। ਜਿਵੇਂ ਤੈਰਨਾ ਸਿਖਾਉਂਦੇ ਹਨ, ਫਿਰ ਸਿੱਖ ਜਾਂਦੇ ਹਨ ਤਾਂ ਆਪੇ ਹੀ ਤੈਰਦੇ ਹਨ। ਉਹ ਤਾਂ ਹਨ ਜਿਸਮਾਨੀ ਗੱਲਾਂ, ਇਹ ਹਨ ਰੂਹਾਨੀ ਗੱਲਾਂ। ਤੁਸੀਂ ਜਾਣਦੇ ਹੋ, ਆਤਮਾ ਹੁਣ ਚਿੱਕੜ ਵਿੱਚ ਦਲਦਲ ਵਿੱਚ ਫਸ ਗਈ ਹੈ। ਇਸ ਤੇ ਵੀ ਹਿਰਨ ਦਾ ਮਿਸਾਲ ਦਿੱਤਾ ਹੈ ਨਾ ਕਿ ਉਸਨੇ ਪਾਣੀ ਨੂੰ ਦੇਖਿਆ, ਪਿਆਸਾ ਸੀ, ਪਰੰਤੂ ਚਮਕਦਾਰ ਚੀਜ਼ ਦੇਖੀ ਤਾਂ ਉਹ ਦਲਦਲ ਦੇ ਵਿੱਚ ਫਸ ਗਿਆ। ਤਾਂ ਪਾਣੀ ਸਮਝ ਜਾਂਦੇ ਹਨ, ਪਰੰਤੂ ਉਹ ਹੁੰਦੀ ਹੈ ਚਿੱਕੜ ਜੋ ਉਸ ਵਿੱਚ ਫਸ ਜਾਂਦੇ ਹਨ। ਕਦੇ ਕਦੇ ਸਟੀਮਰ, ਮੋਟਰਾਂ ਆਦਿ ਵੀ ਚਿੱਕੜ ਵਿੱਚ ਫਸ ਜਾਂਦੀਆਂ ਹਨ। ਫਿਰ ਉਸ ਨੂੰ ਮਨਾ ਕੱਢਣ ਦੇ ਲਈ, ਬਚਾਓ ਕਰਨ ਦੇ ਲਈ ਆਰਮੀ ਜਾਂਦੀ ਹੈ, ਸੈਨਾ ਜਾਂਦੀ ਹੈ। ਹੁਣ ਤੁਸੀਂ ਵੀ ਸੈਲਵੇਸ਼ਨ ਆਰਮੀ ਹੋ। ਤੁਸੀਂ ਹੋ ਰੂਹਾਨੀ। ਤੁਸੀਂ ਜਾਣਦੇ ਹੋ ਸਾਰੇ ਮਾਇਆ ਦੀ ਦਲਦਲ ਵਿੱਚ ਬਹੁਤ ਫਸੇ ਹੋਏ ਹਨ। ਇਸ ਨੂੰ ਮਾਇਆ ਦੀ ਦਲਦਲ ਕਿਹਾ ਜਾਂਦਾ ਹੈ। ਬਾਬਾ ਆ ਕੇ ਸਮਝਾਉਂਦੇ ਹਨ ਕਿ ਇਸ ਤੋਂ ਤੁਸੀਂ ਕਿਵੇਂ ਨਿਕਲ ਸਕਦੇ ਹੋ। ਉਹ ਬਚਾਵ ਕਰਦੇ ਹਨ। ਉਸ ਵਿੱਚ ਮਦਦ ਚਾਹੀਦੀ ਹੈ ਆਦਮੀ ਨੂੰ ਆਦਮੀ ਦੀ। ਇੱਥੇ ਤਾਂ ਫਿਰ ਆਤਮਾ ਜਾ ਕੇ ਦਲਦਲ ਦੇ ਵਿੱਚ ਫਸੀ ਹੈ। ਬਾਬਾ ਰਸਤਾ ਦੱਸਦੇ ਹਨ ਕਿ ਇਸ ਤੋਂ ਤੁਸੀਂ ਕਿਵੇਂ ਨਿਕਲ ਸਕਦੇ ਹੋ। ਫਿਰ ਦੂਜਿਆਂ ਨੂੰ ਵੀ ਰਸਤਾ ਦੱਸ ਸਕਦੇ ਹੋ। ਆਪਣੇ ਨੂੰ ਅਤੇ ਦੂਜਿਆਂ ਨੂੰ ਰਸਤਾ ਦੱਸਣਾ ਹੈ ਕਿ ਤੁਹਾਡੀ ਨੈया ਇਸ ਸਮੇਂ ਵਿਸ਼ਵ ਸਾਗਰ ਤੋਂ ਖੀਰ ਸਾਗਰ ਦੇ ਵਿੱਚ ਕਿਵੇਂ ਜਾਵੇ। ਸਤਯੁਗ ਨੂੰ ਕਹਿੰਦੇ ਹਨ ਖੀਰ ਸਾਗਰ, ਅਰਥਾਤ ਸੁੱਖ ਦਾ ਸਾਗਰ। ਇਹ ਹੈ ਦੁੱਖ ਦਾ ਸਾਗਰ।
ਤਾਂ ਹੁਣ ਬਾਪ ਸਮਝਾਉਂਦੇ ਹਨ ਕਿ ਮਨੁੱਖ ਨੂੰ ਮੁਕਤੀ ਅਤੇ ਜੀਵਨ ਮੁਕਤੀ ਦੇ ਲਈ ਰਾਜਯੋਗ ਸਿਖਲਾਉਣ ਇਹ ਤਾਂ ਹੋ ਨਹੀਂ ਸਕਦਾ। ਤਾਂ ਇਸ ਸਮੇਂ ਬਾਪ ਹੀ ਤੁਹਾਨੂੰ ਆਤਮਾ ਨੂੰ ਸਿਖਲਾ ਰਹੇ ਹਨ। ਦੇਹ ਅਭਿਮਾਨ ਦੇਹੀ ਅਭਿਮਾਨੀ ਵਿੱਚ ਫਰਕ ਦੇਖੋ ਕਿੰਨਾ ਹੈ। ਦੇਹੀ ਅਭਿਮਾਨੀ ਦੇਹ ਅਭਿਮਾਨ ਨਾਲ ਤੁਸੀਂ ਗਿਰਦੇ ਆਏ ਹੋ। ਬਾਬਾ ਇੱਕ ਹੀ ਵਾਰ ਆ ਕੇ ਤੁਹਾਨੂੰ ਦੇਹੀ ਅਭਿਮਾਨੀ ਬਣਾਉਂਦੇ ਹਨ। ਐਦਾਂ ਨਹੀਂ ਕਿ ਤੁਸੀਂ ਸਤਯੁਗ ਦੇ ਵਿੱਚ ਦੇਹ ਦੇ ਸੰਬੰਧ ਨਹੀਂ ਰੱਖੋਗੇ। ਉੱਥੇ ਗਿਆਨ ਨਹੀਂ ਰਹਿੰਦਾ ਕਿ ਮੈਂ ਆਤਮਾ ਪਰਮ ਪਿਤਾ ਪਰਮਾਤਮਾ ਦੀ ਸੰਤਾਨ ਹਾਂ। ਇਹ ਗਿਆਨ ਹੁਣੇ ਹੀ ਤੁਹਾਨੂੰ ਮਿਲਦਾ ਹੈ ਜੋ ਫਿਰ ਪ੍ਰਾਇਲੋਪ ਹੋ ਜਾਂਦਾ ਹੈ। ਤੁਸੀਂ ਸ਼੍ਰੀਮਤ ਤੇ ਚੱਲ ਕੇ ਪਰਾਲਬਧ ਪਾਉਂਦੇ ਹੋ। ਤਾਂ ਬਾਪ ਆਉਂਦੇ ਹਨ ਰਾਜਯੋਗ ਸਿਖਾਉਣ ਦੇ ਲਈ। ਬਾਬਾ ਕਹਿੰਦੇ ਹਨ ਬੱਚੇ ਕਾਮ ਮਹਾ ਸ਼ਤਰੂ ਹੈ, ਇਸ ਤੇ ਜਿੱਤ ਪਾਓ। ਪ੍ਰਤਿਗਿਆ ਕਰਾਉਂਦੇ ਹਨ। ਇੱਥੇ ਜੋ ਵੀ ਆਉਂਦੇ ਹਨ ਉਸ ਤੋਂ ਪ੍ਰਤਿਗਿਆ ਕਰਾਈ ਜਾਂਦੀ ਹੈ। ਕਾਮ ਤੇ ਜਿੱਤ ਪ੍ਰਾਪਤ ਕਰਨ ਨਾਲ ਤੁਸੀਂ ਜਗਤ ਜੀਤ ਬਣ ਜਾਵੋਗੇ। ਇਹ ਹੈ ਮੁੱਖ ਵਿਕਾਰ, ਕਾਮ ਵਿਕਾਰ। ਇਹ ਹਿੰਸਾ ਦੁਆਪਰ ਤੋਂ ਚੱਲੀ ਆਉਂਦੀ ਹੈ, ਜਿਸ ਨਾਲ ਵਿਕਾਰੀ ਮਾਰਗ ਸ਼ੁਰੂ ਹੁੰਦਾ ਹੈ, ਪਤਿਤ ਮਾਰਗ। ਦੇਵਤੇ ਕਿਵੇਂ ਵਾਮ ਮਾਰਗ ਵਿੱਚ ਜਾਂਦੇ ਹਨ, ਉਹਨਾਂ ਦਾ ਵੀ ਮੰਦਿਰ ਹੈ। ਉੱਥੇ ਬਹੁਤ ਛੀ ਗੰਦੇ ਚਿੱਤਰ ਬਣਾਏ ਹਨ। ਬਾਕੀ ਪਤਿਤ ਮਾਰਗ ਵਿੱਚ ਵਾਮ ਮਾਰਗ ਵਿੱਚ ਕਦੋਂ ਗਏ ਉਸ ਦੀ ਕੋਈ ਤਿਥੀ ਤਾਰੀਖ ਤਾਂ ਨਹੀਂ ਹੈ। ਸਿੱਧ ਹੁੰਦਾ ਹੈ ਕਿ ਕਾਮ ਚਿਤਾ ਤੇ ਬੈਠਣ ਨਾਲ ਕਾਲੇ ਬਣਦੇ ਹਨ, ਪਰੰਤੂ ਨਾਮ ਰੂਪ ਤਾਂ ਬਦਲ ਜਾਂਦਾ ਹੈ ਨਾ। ਕਾਮ ਚਿਤਾ ਪਰ ਚੜ੍ਹਨ ਨਾਲ ਆਇਰਨ ਏਜ ਬਣ ਜਾਂਦੇ ਹਨ। ਇਸ ਲਈ ਜਗਨਨਾਥਪੁਰੀ ਦੇ ਵਿੱਚ ਦੇਵਤਿਆਂ ਦੇ ਕਾਲੇ ਚਿੱਤਰ ਬਣਾ ਦਿੱਤੇ, ਪਰੰਤੂ ਮਨੁੱਖ ਉਸ ਦੇ ਅਰਥ ਨੂੰ ਨਹੀਂ ਸਮਝਦੇ। ਬਾਬਾ ਸਮਝਾ ਰਹੇ ਹਨ ਕਿ ਹੁਣ ਪੰਜ ਤੱਤਵ ਵੀ ਤਮੋ ਪ੍ਰਧਾਨ ਹਨ, ਇਸ ਲਈ ਸਰੀਰ ਵੀ ਤਮੋ ਪ੍ਰਧਾਨ ਬਣ ਗਏ। ਜਨਮ ਵੀ ਕੋਈ ਕਿਵੇਂ ਹੁੰਦੇ ਹਨ। ਬਾਬਾ ਕਹਿੰਦੇ ਉੱਥੇ ਤਾਂ ਇੱਕਦਮ ਸੁੰਦਰ ਸਰੀਰ ਹੁੰਦੇ ਹਨ। ਹੁਣ ਤਮੋ ਪ੍ਰਧਾਨ ਹੋਣ ਦੇ ਕਾਰਨ ਸਰੀਰ ਵੀ ਏਦਾਂ ਹਨ। ਮਨੁੱਖ ਈਸ਼ਵਰ ਪ੍ਰਭੂ ਆਦਿ ਅਲੱਗ-ਅਲੱਗ ਨਾਮਾਂ ਨਾਲ ਯਾਦ ਕਰਦੇ ਹਨ, ਪਰੰਤੂ ਉਹਨਾਂ ਵਿਚਾਰਿਆਂ ਨੂੰ ਪਤਾ ਹੀ ਨਹੀਂ। ਆਤਮਾ ਆਪਣੇ ਬਾਪ ਨੂੰ ਯਾਦ ਕਰਦੀ ਹੈ, ਹੇ ਬਾਬਾ ਆ ਕੇ ਸ਼ਾਂਤੀ ਦੇਵੋ। ਇੱਥੇ ਤਾਂ ਕਰਮਿੰਦਰੀਆਂ ਨਾਲ ਪਾਠ ਬਜਾ ਰਹੇ ਹੋ ਤਾਂ ਸ਼ਾਂਤੀ ਕਿਵੇਂ ਮਿਲੇਗੀ। ਵਿਸ਼ਵ ਵਿੱਚ ਸ਼ਾਂਤੀ ਸੀ ਜਦ ਕਿ ਇਹਨਾਂ ਲక్ష్ਮੀ ਨਾਰਾਇਣ ਦਾ ਰਾਜ ਸੀ। ਬਾਬਾ ਕਹਿ ਰਹੇ, ਅਗਲੀ ਪੁਆਇੰਟ ਵਿੱਚ ਬਾਬਾ ਦੱਸ ਰਹੇ ਕਿ ਆਤਮਾ ਪਵਿੱਤਰ ਹੋਣ ਕਾਰਨ ਫਿਰ ਸਰੀਰ ਵੀ ਸਤੋ ਪ੍ਰਧਾਨ ਮਿਲਦੇ ਹਨ। ਸਤੋ ਪ੍ਰਧਾਨ ਤੱਤਵਾਂ ਨਾਲ ਸਤੋ ਪ੍ਰਧਾਨ ਸਰੀਰ ਬਣਨਗੇ। ਇਹਨਾਂ ਦਾ ਸਤੋ ਪ੍ਰਧਾਨ ਸਰੀਰ ਹੈ ਨਾ, ਇਸ ਲਈ ਨੈਚੁਰਲ ਮਾਨਾ ਕੁਦਰਤੀ ਸੁੰਦਰਤਾ ਰਹਿੰਦੀ ਹੈ। ਇੱਥੇ ਤਾਂ ਆਰਟੀਫਿਸ਼ਲ ਸੁੰਦਰਤਾ ਹੈ ਨਾ, ਤਾਂ ਬਾਬਾ ਕਹਿ ਰਹੇ ਸਤਯੁਗ ਦੇ ਵਿੱਚ ਕੁਦਰਤੀ ਸੁੰਦਰਤਾ ਰਹਿੰਦੀ ਹੈ। ਗਾਇਆ ਵੀ ਜਾਂਦਾ ਹੈ ਕਿ ਧਰਮ ਵਿੱਚ ਸ਼ਕਤੀ ਹੈ। ਹੁਣ ਸ਼ਕਤੀ ਕਿੱਥੋਂ ਮਿਲੀ? ਇੱਕ ਹੀ ਦੇਵੀ ਦੇਵਤਿਆਂ ਦਾ ਧਰਮ ਹੈ ਜਿਸ ਵਿੱਚ ਸ਼ਕਤੀ ਮਿਲਦੀ ਹੈ। ਤਾਂ ਇਹ ਦੇਵਤੇ ਹੀ ਸਾਰੇ ਵਿਸ਼ਵ ਦੇ ਮਾਲਿਕ ਬਣਦੇ ਹਨ ਅਤੇ ਹੋਰ ਕੋਈ ਵਿਸ਼ਵ ਦੇ ਮਾਲਿਕ ਨਹੀਂ ਬਣਦੇ। ਤੁਹਾਨੂੰ ਕਿੰਨੀ ਸ਼ਕਤੀ ਮਿਲਦੀ ਹੈ ਬਾਬਾ ਦੁਆਰਾ, ਹੁਣ ਕਿੰਨੀ ਪਾਵਰ, ਕਿੰਨੀ ਸ਼ਕਤੀ ਮਿਲ ਰਹੀ ਹੈ। ਲਿਖਿਆ ਹੋਇਆ ਹੈ ਆਦਿ ਸਨਾਤਨ ਦੇਵੀ ਦੇਵਤਾ ਧਰਮ ਦੀ ਸਥਾਪਨਾ ਸ਼ਿਵ ਬਾਬਾ ਬ੍ਰਹਮਾ ਦੁਆਰਾ ਕਰਦੇ ਹਨ। ਤਾਂ ਇਹ ਗੱਲਾਂ ਦੁਨੀਆ ਵਿੱਚ ਕੋਈ ਵੀ ਨਹੀਂ ਜਾਣਦੇ। ਬਾਬਾ ਕਹਿੰਦੇ ਮਾਮੇ ਕਮ ਯਾਦ ਕਰੋਗੇ ਤਾਂ ਤੁਹਾਡੇ ਵਿਕਰਮ ਵਿਨਾਸ਼ ਹੋ ਜਾਣਗੇ। ਹਿੰਸਾ ਦੀ ਤਾਂ ਕੋਈ ਗੱਲ ਹੀ ਨਹੀਂ ਹੈ। ਤੁਹਾਡੀ ਤਾਂ ਪੜ੍ਹਾਈ ਵੀ ਗੁਪਤ ਹੈ। ਤੁਸੀਂ ਹੋ ਰੂਹਾਨੀ ਸੈਲਵੇਸ਼ਨ ਆਰਮੀ, ਗੁਪਤ ਸੈਨਾ ਹੋ। ਬਾਬਾ ਕਹਿੰਦੇ ਇਹ ਕਿਸੇ ਨੂੰ ਵੀ ਪਤਾ ਨਹੀਂ ਹੈ ਕਿ ਰੂਹਾਨੀ ਆਰਮੀ ਕਿਵੇਂ ਹੁੰਦੀ ਹੈ। ਤੁਸੀਂ ਹੋ ਗੁਪਤ ਰੂਹਾਨੀ ਸੈਨਾ ਹੋ।
ਬਾਬਾ ਕਹਿੰਦੇ ਘੜੀ ਘੜੀ ਆਪਣੇ ਨੂੰ ਆਤਮਾ ਸਮਝੋ। ਅਸੀਂ ਆਤਮਾ ਸਤੋ ਪ੍ਰਧਾਨ ਸੀ ਤਾਂ ਪਵਿੱਤਰ ਸੀ। ਸ਼ਾਂਤੀ ਧਾਮ ਸੁਖ ਧਾਮ ਵਿੱਚ ਜ਼ਰੂਰ ਪਵਿੱਤਰ ਹੀ ਰਹਾਂਗੇ। ਹੁਣ ਇਹ ਸਭ ਕੁਝ ਬੁੱਧੀ ਵਿੱਚ ਆਉਂਦਾ ਹੈ। ਤਾਂ ਬਾਬਾ ਕਹਿ ਰਹੇ ਸਹਿਜ ਗੱਲਾਂ ਹਨ ਨਾ। ਜ਼ਰੂਰ ਆਤਮਾ ਪਵਿੱਤਰ ਬਣ ਕੇ ਹੀ ਉੱਪਰ ਜਾਵੇਗੀ। ਜਿਵੇਂ ਅੱਗ ਲੱਗਦੀ ਹੈ ਤਾਂ ਸਾਰੀਆਂ ਆਤਮਾਵਾਂ ਬਾਬਾ ਕਹਿੰਦੇ ਚਲੀਆਂ ਜਾਣਗੀਆਂ, ਕਿਉਂਕਿ ਵਿਨਾਸ਼ ਦੇ ਸਮੇਂ ਬਾਬਾ ਕਹਿ ਰਹੇ ਕਿ ਇਸ ਭੰਬੋਰ ਨੂੰ ਅੱਗ ਲੱਗੇਗੀ ਤਾਂ ਸਾਰੀਆਂ ਆਤਮਾ ਜਾਣਗੀਆਂ, ਬਾਕੀ ਸਰੀਰ ਰਹਿ ਜਾਂਦੇ ਹਨ। ਇਹ ਸਾਰੀਆਂ ਨਿਸ਼ਾਨੀਆਂ ਵੀ ਹਨ। ਹੋਲਿਕਾ ਦਾ ਅਰਥ ਵੀ ਕੋਈ ਸਮਝਦੇ ਨਹੀਂ। ਹੋਲਿਕਾ ਜਲਾਉਂਦੇ ਆ ਨਾ ਹੋਲੀ ਵਾਲੇ ਦਿਨ, ਬਾਬਾ ਕਹਿੰਦੇ ਉਸ ਦਾ ਅਰਥ ਵੀ ਨਹੀਂ ਸਮਝਦੇ। ਸਾਰੀ ਦੁਨੀਆ ਇਸ ਵਿੱਚ ਸਵਾਹਾ ਹੋਣੀ ਹੈ। ਇਹ ਗਿਆਨ ਯੱਗ ਹੈ। ਗਿਆਨ ਅੱਖਰ ਕੱਢ ਬਾਕੀ ਰੁਦਰ ਯੱਗ ਕਹਿ ਦਿੱਤਾ। ਅਸਲ ਵਿੱਚ ਇਹ ਹੈ ਰੁਦਰ ਗਿਆਨ ਯੱਗ, ਜੋ ਬ੍ਰਾਹਮਣਾਂ ਦੁਆਰਾ ਹੀ ਰਚਿਆ ਜਾਂਦਾ ਹੈ। ਤੁਸੀਂ ਹੋ ਸੱਚੇ ਸੱਚੇ ਬ੍ਰਾਹਮਣ। ਅੱਛਾ, ਫਿਰ ਬਾਬਾ ਨੇ ਯਾਦ ਪਿਆਰ ਦਿੱਤਾ। ਮਿੱਠੇ ਮਿੱਠੇ ਸਿੱਕੀ ਲਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਧਾਰਨਾ ਲਈ ਮੁੱਖ ਸਾਰ ਹੈ ਰੂਹਾਨੀ ਸੈਲਵੇਸ਼ਨ ਆਰਮੀ ਬਣ ਆਪਣੇ ਆਪ ਨੂੰ ਅਤੇ ਸਾਰਿਆਂ ਨੂੰ ਸਹੀ ਰਾਹ ਦੱਸਣਾ ਹੈ, ਸਹੀ ਰਸਤਾ ਦੱਸਣਾ ਹੈ। ਸਾਰੀ ਦੁਨੀਆ ਨੂੰ ਵਿਸ਼ਵ ਸਾਗਰ ਤੋਂ ਬਚਾ ਕੇ ਕੱਢ ਕੇ, ਬਾਬਾ ਕਹਿੰਦੇ ਕੱਢਣ ਬਚਾਉਣ ਕਰਨ ਦੇ ਲਈ ਬਾਪ ਦਾ ਪੂਰਾ ਪੂਰਾ ਮਦਦਗਾਰ ਬਣਨਾ ਹੈ। ਪਾਰ ਕਰਨ ਦੇ ਲਈ, ਬੇੜਾ ਪਾਰ ਕਰਨ ਦੇ ਲਈ, ਬਚਾਉਣ ਦੇ ਲਈ ਸਾਰੀ ਦੁਨੀਆ ਨੂੰ ਬਾਪ ਦਾ ਪੂਰਾ ਪੂਰਾ ਮਦਦਗਾਰ ਬਣਨਾ ਹੈ। ਦੂਸਰਾ ਹੈ ਗਿਆਨ ਯੋਗ ਨਾਲ ਪਵਿੱਤਰ ਬਣ ਆਤਮਾ ਦਾ ਸ਼ਿੰਗਾਰ ਕਰਨਾ ਹੈ, ਸ਼ਰੀਰਾਂ ਦਾ ਨਹੀਂ। ਆਤਮਾ ਦੇ ਪਵਿੱਤਰ ਬਣਨ ਨਾਲ ਸ਼ਰੀਰ ਦਾ ਸ਼ਿੰਗਾਰ ਆਪਣੇ ਆਪ ਹੀ ਹੋ ਜਾਵੇਗਾ। ਫਿਰ ਬਾਬਾ ਨੇ ਵਰਦਾਨ ਦਿੱਤਾ, ਮਨ ਬੁੱਧੀ ਨੂੰ ਮਨਮਤ ਤੋਂ ਫਰੀ ਕਰ ਸੂਖਸ਼ਮ ਵਤਨ ਦਾ ਅਨੁਭਵ ਕਰਨ ਵਾਲੇ ਡਬਲ ਲਾਈਟ ਭਵ। ਸਿਰਫ ਸੰਕਲਪ ਸ਼ਕਤੀ ਅਰਥਾਤ ਮਨ ਅਤੇ ਬੁੱਧੀ ਨੂੰ ਸਦਾ ਮਨਮਤ ਤੋਂ ਖਾਲੀ ਰੱਖੋ ਤਾਂ ਜਿੱਥੇ ਵੀ ਰਹਿੰਦੇ ਹੋ, ਇੱਥੇ ਰਹਿੰਦੇ ਵੀ ਵਤਨ ਦੀ ਸਾਰੀਆਂ ਸੀਨ ਸਿਨਰੀਆਂ ਐਦਾਂ ਸਪਸ਼ਟ ਅਨੁਭਵ ਕਰੋਗੇ ਜਿਵੇਂ ਦੁਨੀਆ ਦੀ ਕੋਈ ਵੀ ਸੀਨ ਸਪਸ਼ਟ ਦਿਖਾਈ ਦਿੰਦੀ ਹੈ। ਇਸ ਅਨੁਭੂਤੀ ਦੇ ਲਈ ਕੋਈ ਵੀ ਬੋਝ ਆਪਣੇ ਉੱਪਰ ਨਹੀਂ ਰੱਖੋ। ਸਾਰੇ ਬੋਝ ਬਾਬਾ ਨੂੰ ਦੇ ਕੇ ਡਬਲ ਲਾਈਟ ਬਣੋ। ਮਨ ਬੁੱਧੀ ਤੋਂ ਸਦਾ ਸ਼ੁੱਧ ਸੰਕਲਪ ਦਾ ਭੋਜਨ ਕਰੋ। ਕਦੇ ਵੀ ਵਿਅਰਥ ਸੰਕਲਪ ਜਾਂ ਵਿਕਲਪ ਦਾ ਅਸ਼ੁੱਧ ਭੋਜਨ ਨਾ ਕਰੋ ਤਾਂ ਬੋਝ ਤੋਂ ਹਲਕੇ ਹੋ ਕੇ ਉੱਚੀ ਸਥਿਤੀ ਦਾ ਅਨੁਭਵ ਕਰ ਸਕੋਗੇ। ਸਲੋਗਨ ਹੈ ਵਿਅਰਥ ਨੂੰ ਫੁੱਲ ਸਟਾਪ ਲਗਾ ਦਿਓ ਅਤੇ ਸ਼ੁਭ ਭਾਵਨਾ ਦਾ ਸਟਾਕ ਫੁੱਲ ਕਰੋ। ਅੱਛਾ, ਓਮ ਸ਼ਾਂਤੀ।